ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਬ੍ਰੇਕਫਾਸਟ ਸ਼ੋਅ ਦੇ ਵਿੱਚ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ, ਸਾਰੀ ਸੰਗਤ ਦਾ। ਸੋ ਮੇਰੇ ਨਾਲ ਜਿਹੜੇ ਗੈਸਟ ਨੇ ਉਹ ਨੇ ਸਰਦਾਰ ਬਲਦੇਵ ਸਿੰਘ ਜੀ ਸਿਰਸਾ। ਸੋ ਉਹਨਾਂ ਤੋਂ ਅੱਜ ਜਾਣਾਂਗੇ ਕਿ ਉਹਨਾਂ ਨੇ ਪਿਛਲੇ ਦਿਨੀ ਸਿੱਖ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚ ਕੇਸ ਪਾਇਆ ਆ। ਉਹ ਕੇਸ ਕਿਹੜੇ ਸਬੰਧ ਦੇ ਵਿੱਚ ਆ, ਕਿਉਂ ਪਾਇਆ ਗਿਆ ਤੇ ਕੋਰਟ ਨੇ ਉਸ ਦੇ ਉੱਤੇ ਕਿਹਨੂੰ ਨੋਟਿਸ ਦਿੱਤਾ ਆ। ਸੋ ਇਹ ਅਸੀਂ ਜਾਣਾਂਗੇ ਸਰਦਾਰ ਬਲਦੇਵ ਸਿੰਘ ਸਿਰਸਾ ਹੋਰਾਂ ਦੇ ਕੋਲੋਂ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸਿਰਸਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਰਸਾ ਸਾਹਿਬ, ਸਿੱਖ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚ ਇੱਕ ਤੁਸੀਂ ਕੇਸ ਜਿਹੜਾ ਆ ਉਹ ਪਾਇਆ ਸੀਗਾ, ਉਹ ਕਿਹਨਾਂ ਨਾਲ ਸੰਬੰਧਿਤ ਸੀਗਾ ਤੇ ਕੋਰਟ ਨੇ ਉਹਦੇ ਉੱਤੇ ਨੋਟਿਸ ਜਿਹੜਾ ਆ ਉਹ ਜਾਰੀ ਕੀਤਾ, ਕਿਹਨਾਂ ਨੂੰ ਨੋਟਿਸ ਜਾਰੀ ਕੀਤਾ ਆ ਤੇ ਇਹ ਕੇਸ ਜਿਹੜਾ ਆ ਪਾਉਣ ਦੀ ਨੌਬਤ ਕਿਉਂ ਆਈ ਹੈ? ਗਿੱਲ ਸਾਹਿਬ, ਗੱਲ ਇਹ ਹੈ ਕਿ ਜਿਹੜਾ ਮੈਂ ਕੇਸ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਗੋਬਿੰਦ ਸਿੰਘ ਲੌਂਗੋਵਾਲ, ਮੁੱਖ ਸਕੱਤਰ ਰੂਪ ਸਿੰਘ ਜੀ, ਅਤੇ ਧਰਮ ਪ੍ਰਚਾਰ ਕਮੇਟੀ ਸਕੱਤਰ ਦੇ ਖਿਲਾਫ 4 ਨੂੰ ਪਾਰਟੀ ਬਣਾ ਕੇ ਇਹਨਾਂ ਦੇ ਖਿਲਾਫ ਕੇਸ ਪਾਇਆ। ਜੀ, ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਪਿਛੋਕੜ ਬਾਰੇ ਦੱਸਣਾ ਵੀ ਅਸਲ ਕੇਸ ਇਹ ਹੈ ਕੀ ਆ ਤੇ ਕਿਉਂ ਇਹ ਕੇਸ ਪਾਇਆ। ਜੀ, ਉਹਦਾ ਕਾਰਨ ਇਹ ਹੈ ਕਿ ਜਿਹੜੇ ਨਾਮਧਾਰੀ ਕੂਕੇ ਜੀ, ਇਹਨਾਂ ਨੇ ਇਹ ਬੜੇ ਲੰਬੇ ਸਮੇਂ ਤੋਂ ਜਿਹੜਾ ਉਹ ਸਾਡੇ ਦੇ ਉੱਤੇ ਇੱਕ ਬਹੁਤ ਤਗੜਾ ਸੋਚੀ ਸਮਝੀ ਪਲੈਨਿੰਗ ਦੇ ਤਹਿਤ, ਜੀ, ਜਿਹਦੇ ਪਿੱਛੇ ਉਹ ਸ਼ਕਤੀ ਹੈ ਜੀ, ਜਿਹੜੀ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜੀ, ਹੀ ਜਿਹੜੇ ਬਾਹਮਣੀ ਸੋਚ ਵਾਲੇ ਜਿਹੜੇ ਲੋਕ ਸਨ, ਜਿਹੜੇ ਕਿ ਗੁਰੂ ਨਾਨਕ ਪਾਤਸ਼ਾਹ ਦੇ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਸੀ, ਜੀ, ਉਹਨਾਂ ਦੀ ਪਿੱਛੇ ਇੱਕ ਸੋਚ ਹੈ ਤੇ ਇੱਕ ਪਲੈਨਿੰਗ ਹੈ। ਜੀ, ਇਹਨਾਂ ਵੱਲੋਂ ਸਾਡੇ ਤੇ ਜੋ ਹਮਲਾ ਕੀਤਾ ਗਿਆ ਜੀ, ਉਹ ਬਹੁਤ ਹੀ ਇੱਕ ਸੋਚੀ ਸਮਝੀ ਪਲੈਨਿੰਗ ਤੇ ਖਤਰਨਾਕ ਹੈ। ਉਹ ਇਹ ਆ ਕਿ ਇਹ ਲੋਕ ਇਹ ਗੱਲ ਕਹਿੰਦੇ ਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਜੀ, ਉਹ 1718 ਜਦੋਂ ਕਿ ਸਿੱਖ ਕੌਮ ਉਹਨਾਂ ਨੂੰ ਇਹ ਮੰਨਦੀ ਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਉਹ ਇਤਿਹਾਸ ਦੇ ਮੁਤਾਬਕ, ਸਮਝ ਦੇ ਮੁਤਾਬਕ ਜਿਹੜਾ ਹੈ ਕਿ ਉਹ 1708 ਦੇ ਵਿੱਚ ਜੋਤੀ ਜੋਤ ਸਮਾਏ ਨੇ। ਜੀ, ਪਰ ਇਹ ਗੱਲ ਕਹਿੰਦੇ ਨੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1708 ਤੋਂ ਲੈ ਕੇ 1812 ਤੱਕ, ਜੀ, ਯਾਨੀ ਕਿ 104 ਸਾਲ ਜੀ, ਅਜਾਪਾਲ ਦੇ ਨਾਂ ਦੇ ਉੱਤੇ ਭੇਸ ਬਦਲ ਕੇ ਉਹ ਇਸ ਸੰਸਾਰ ਦੇ ਉੱਤੇ ਜਿਹੜਾ ਹੈ ਉਹ ਵਿਚਰੇ। ਜੀ, ਔਰ ਉਸ ਤੋਂ ਬਾਅਦ 1812 ਵਿੱਚ ਜਿਹਨੂੰ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਇਹ ਗੱਲ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਬਾਲਕ ਸਿੰਘ ਜੀ ਨੂੰ 11ਵਾਂ ਗੁਰੂ ਮੰਨਦੇ ਆ, ਜੀ, ਉਹਨੂੰ ਗੱਦੀ ਦੇ ਕੇ ਤੇ ਫਿਰ ਉਹਨਾਂ ਨੇ 5 ਭੂਤਕ ਜਿਹੜਾ ਇਹ ਸਰੀਰ ਹੈ ਫਿਰ ਤਿਆਗਿਆ। ਜੀ, ਇੱਥੇ ਸਭ ਤੋਂ ਪਹਿਲਾਂ ਗਿੱਲ ਸਾਹਿਬ ਇੱਕ ਵਿਚਾਰਨ ਵਾਲੀ ਗੱਲ ਹੈ ਵੀ ਜਿਸ ਗੁਰੂ ਨੇ ਜ਼ੁਲਮ ਦੇ ਖਿਲਾਫ ਜੀ, ਆਪਣੀ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਕਰਵਾ ਦਿੱਤੇ, 2 ਵੱਡੇ ਸਾਹਿਬਜ਼ਾਦੇ ਜੰਗ ਦੇ ਮੈਦਾਨ 'ਚ ਸ਼ਹੀਦ ਹੋ ਗਏ, ਜੀ, ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣਵਾਏ ਗਏ, ਜੀ, ਔਰ ਮਾਤਾ ਵੀ ਪਿਤਾ ਵੀ ਸਾਰਾ ਸਰਬੰਸ ਲੁਟਾ ਦਿੱਤਾ। ਜੀ, ਜੀ, ਬਿਲਕੁਲ। ਉਹ ਗੁਰੂ ਨਾਂ ਬਦਲ ਕੇ ਤੇ ਭੇਸ ਬਦਲ ਕੇ 104 ਸਾਲ ਇਸ ਸੰਸਾਰ ਤੇ ਵਿਚਰੇ, ਇਹ ਕਿਵੇਂ ਹੋ ਸਕਦਾ? ਇਹ ਮਨਘੜਤ ਕਹਾਣੀਆਂ ਲੱਗਦੀਆਂ ਨੇ, ਪਰ ਇਹਨੇ ਤੇ ਸਵਾਲ ਅਜੇ ਤੱਕ ਕਿਸੇ ਨਹੀਂ ਕੀਤਾ। ਜੀ। ਸੋ ਇੱਕ ਤਾਂ ਇਹ ਮਸਲਾ। ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਹਨਾਂ ਨੇ ਆਹ ਚੀਜ਼ਾਂ ਜਿਹੜੀਆਂ ਸਾਰੀਆਂ ਛਾਪੀਆਂ ਨੇ? ਤੁਹਾਡੇ ਕੋਲ ਇਹ ਕਿਤਾਬਾਂ ਜਾਂ ਇਹਨਾਂ ਦਾ ਇਹ ਸਾਰਾ ਕੁਝ ਜਿਹੜਾ ਇਹਨਾਂ ਦਾ ਲਿਟਰੇਚਰ ਸੀਗਾ ਉਹ ਕਿਵੇਂ ਪਹੁੰਚਿਆ ਸੀਗਾ? ਦੇਖੋ ਜੀ, ਅਸਲ ਗੱਲ ਹੈ ਕਿ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜੀ, ਕਿ ਜਿਨ੍ਹਾਂ ਦਾ ਪਤਾ ਜਿਹੜਾ ਉਹ ਜਦੋਂ ਕੋਈ ਸੋਝੀ ਆਉਂਦੀ ਕਿਸੇ ਨੂੰ ਜੀ, ਉਦੋਂ ਲੱਗਦਾ ਹੈ। ਮੈਂ ਤੁਹਾਨੂੰ ਇਹ ਦੱਸ ਦਿਆਂ ਜੀ, ਕਿ ਮੇਰਾ ਨਾਂ ਸਰਸਾ ਜਿਹੜਾ ਤਖਲਸ ਜਿਹੜਾ ਉਹ ਸਰਸਾ ਹੈ। ਜੀ, ਸਰਸੇ ਦੇ ਨਾਂ ਤੇ ਮੇਰੀ ਪਹਿਚਾਣ ਹੈ। ਜੀ, ਤੇ ਸਰਸੇ ਇਹ ਜਿਹੜੇ ਕੂਕੇ ਨੇ ਇਹਨਾਂ ਦਾ 1 ਨੰਬਰ ਦਾ ਡੇਰਾ ਤਾਂ ਹੈਗਾ ਪੰਜਾਬ 'ਚ, ਜਿਹਨੂੰ ਇਹ ਭੈਣੀ ਸਾਹਿਬ ਕਹਿੰਦੇ ਆ। ਜੀ, 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 ਭੈਣੀ ਪਿੰਡ ਆ ਲੁਧਿਆਣੇ ਜ਼ਿਲ੍ਹੇ 'ਚ। ਜੀ, ਤੇ ਦੂਸਰਾ ਜਿਹੜਾ ਹੈ ਜੀ, ਉਹ ਇਹਨਾਂ ਦਾ ਹੈਗਾ ਜੀਵਨ ਨਗਰ ਜ਼ਿਲ੍ਹਾ ਸਰਸਾ 'ਚ। ਜੀ, ਤੇ ਜੀਵਨ ਨਗਰ ਦੀ ਪੱਤੀ ਜਗਮਲੇਰਾ ਹੈ ਜੀ, ਤੇ ਮੈਂ ਉੱਥੇ ਰਿਹਾ। ਜੀ, ਬਹੁਤ ਲੰਬਾ ਸਮਾਂ ਜਿਹੜਾ ਉੱਥੇ ਅਸੀਂ ਕੱਟਿਆ, ਉੱਥੇ ਹੀ ਰਹਿੰਦੇ ਹਾਂ। ਤੇ ਉਦੋਂ ਤੇ ਇਹਨਾਂ ਧਿਆਨ ਨਹੀਂ, ਲੇਕਿਨ ਆਸਤੇ ਆਸਤੇ ਜਦੋਂ ਵਿਚਰੇ ਆ ਤੇ ਫਿਰ ਇਹ ਪਤਾ ਲੱਗਾ ਵੀ ਇਹ ਤੇ ਸਾਡੇ ਉੱਤੇ ਇੱਕ ਬਹੁਤ ਵੱਡਾ
ਹਮਲਾ ਕਰ ਰਹੇ ਨੇ। ਸੋ ਉਦੋਂ ਪਤਾ ਲੱਗਾ, ਫਿਰ ਮੈਂ ਇਹਨਾਂ ਦੀਆਂ ਕਿਤਾਬਾਂ ਪੜ੍ਹੀਆਂ। ਆਹ ਵੇਖੋ ਤੁਸੀਂ, ਆਹ ਜਿਹੜੇ ਗੁਰਬਾਣੀ ਦੇ ਗੁਟਕੇ ਨੇ ਜੀ, ਆਹ ਤੁਸੀਂ ਹੁਣ ਵੇਖ ਸਕਦੇ ਜੇ ਜੀ, ਕਿ ਇੱਕ ਓਂਕਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਏ, ਜੀ, ਨਾਮਧਾਰੀ ਨਿਤਨੇਮ, ਪ੍ਰਕਾਸ਼ਕ ਸਤਿਗੁਰੂ ਸ੍ਰੀ ਜੀਵਨ ਨਗਰ ਜੀ, ਹਿਸਾਰ। ਸੋ ਇਹ ਜਿਹੜਾ ਜੀ, ਇਹਨਾਂ ਨੇ ਗੁਰਬਾਣੀ ਦੇ ਗੁਟਕੇ, ਇੱਥੋਂ ਤੁਸੀਂ ਵੇਖੋ ਕਿ ਸ੍ਰੀ ਸਤਿਗੁਰੂ ਰਾਮ ਸਿੰਘ ਸਹਾਏ ਤੇ ਨਾਮਧਾਰੀ ਨਿਤਨੇਮ। ਇੱਕ ਜਿਹੜੀ ਤੁਸੀਂ ਜੱਸਾ ਸਾਹਿਬ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਕਿਹਾ ਕਿ 11ਵੇਂ ਗੁਰੂ ਜਿਹੜੇ ਆ ਉਹਨਾਂ ਨੇ ਮੰਨਿਆ, ਉਹਨਾਂ ਦਾ ਨਾਮ ਕੀ ਦੱਸਿਆ ਤੁਸੀਂ? ਉਹਦਾ ਨਾਂ ਜੀ ਬਾਲਕ ਸਿੰਘ। ਬਾਲਕ ਸਿੰਘ। ਹਾਂ, 11ਵੇਂ ਗੁਰੂ ਦੇ ਤੌਰ ਦੇ ਉੱਤੇ ਬਾਲਕ ਸਿੰਘ ਨੂੰ ਪੇਸ਼ ਕਰਨਾ ਇਹ ਦਰਸਾਉਂਦਾ ਹੈ ਕਿ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਗੁਰਿਆਈ ਆ ਉਹ ਰੱਦ ਕੀਤੀ ਗਈ ਹੈ। ਕਿਤੇ ਨਾ ਕਿਤੇ ਨਹੀਂ। ਆਹ ਜਿਹੜਾ ਗੁਟਕਾ ਹੈ ਨਾ, ਜੀ, ਆਹ ਉਹਦੀ ਫੋਟੋ ਸਟੇਟ ਹੈ ਜੀ, ਤੇ ਇਸ ਗੁਟਕੇ ਦੀ ਆਹ ਸਾਰੀ ਦੀ ਸਾਰੀ ਭੂਮਿਕਾ ਹੈ। ਜੀ, ਇਹ ਗੁਟਕੇ ਦੀ ਗੁਰਬਾਣੀ ਨਹੀਂ ਇਹਦੇ ਵਿੱਚ, ਇਹ ਭੂਮਿਕਾ ਉਹਨਾਂ ਦੀ। ਤੇ ਇਹਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਨੇ ਜੀ, ਸਾਰੀਆਂ 100 ਪੰਨੇ ਦੇ ਵਿੱਚ। ਜੀ, ਗੁਰਬਾਣੀ ਦੀਆਂ ਤੁਕਾਂ ਲੈ ਕੇ ਤੇ ਅਰਥ ਆਪਣੇ ਹਿਸਾਬ ਨਾਲ ਕਰਕੇ ਤੇ ਉਹਨਾਂ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਗੁਰਬਾਣੀ ਕਹਿੰਦੀ ਆ ਕਿ ਦੇਹਧਾਰੀ ਗੁਰੂ ਦੀ ਜ਼ਰੂਰਤ ਹੈ। ਜੀ, ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਰੱਦ ਕਰਕੇ ਤੇ ਉਹ ਦੇਹਧਾਰੀ ਗੁਰੂ ਨੂੰ ਹੀ ਪ੍ਰਮੋਟ ਕਰ ਰਹੇ ਨੇ। ਮਤਲਬ ਤੁਕਾਂ ਦਾ ਅਰਥ ਜਿਹੜਾ ਆਪਣੇ ਹਿਸਾਬ ਨਾਲ ਕਰਕੇ ਦੇ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾ ਰਿਹਾ। ਬਿਲਕੁਲ ਬਿਲਕੁਲ। ਇਹ ਜਿਹੜੀਆਂ ਚੀਜ਼ਾਂ ਸੀ ਇਹ ਸਾਰੀਆਂ ਜਦੋਂ ਮੈਂ ਸਾਰਾ ਇਹਨਾਂ ਦੇ ਉੱਤੇ ਵਿਚਾਰ ਕੀਤੀ, ਪੜ੍ਹਿਆ ਤੇ ਫਿਰ ਮੈਂ ਸਾਥੀ ਸਿੰਘਾਂ ਦੇ ਨਾਲ ਜੋ ਪ੍ਰਧਾਨ SGPC ਹੈ ਜੀ, ਇਹਨੂੰ ਫਿਰ ਮੈਂ ਜੁਲਾਈ 2018 ਦੇ ਵਿੱਚ ਜੀ, ਇੱਕ ਮੰਗ ਪੱਤਰ ਦਿੱਤਾ, ਨਾਲ ਆ ਸਾਰੀ ਫੋਟੋਕਾਪੀ ਲਾਈ, ਜੀ, ਨਾਲ ਕਿਤਾਬਾਂ ਦਿੱਤੀਆਂ ਜੀ, ਜਿਨ੍ਹਾਂ ਕਿਤਾਬਾਂ ਦੇ ਵਿੱਚ ਇਹ ਵੇਰਵੇ ਦੇ ਰਹੇ ਆ ਕਿ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਉਹ 1812 ਤੱਕ ਰਹੇ ਤੇ ਉਹ 104 ਸਾਲ ਇਸ ਸੰਸਾਰ ਤੇ ਵਿਚਰੇ ਨੇ ਜੀ। ਉਹ ਸਾਰਾ ਮੈਂ ਪ੍ਰੂਫ ਦੇ ਕੇ ਤੇ ਨਾਲ ਆਪਣੇ ਵੱਲੋਂ ਇਤਰਾਜ਼ ਲਾਏ ਸੀ ਵੀ ਇਹਨਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਨੂੰ ਰੱਦ ਕਰਕੇ ਇਹ ਜੋ ਇਸ ਤਰੀਕੇ ਨਾਲ ਇਹ ਕਰ ਰਹੇ ਨੇ, ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵਾਸਤੇ ਬਹੁਤ ਘਾਤਕ ਹੋਏਗਾ। ਕਿਉਂਕਿ ਸਾਡੇ ਬੱਚੇ ਜਿਹੜੇ ਨੇ ਉਹ ਜਿਸ ਤਰ੍ਹਾਂ ਗੁਰੂ ਹੋਰ ਡੰਮੀ ਗੁਰੂ ਬੜੇ ਨੇ ਜੀ, ਪਰ ਉਹਨਾਂ ਦਾ ਸਾਨੂੰ ਕੋਈ ਖਤਰਾ ਇਹਨਾਂ ਦਾ ਵੀ ਨਹੀਂ, ਪਰ ਇਹਨਾਂ ਦਾ ਖਤਰਾ ਜਿਹੜਾ ਹੋਣਾ, ਵੈਸੇ ਤਾਂ ਮੈਂ ਪਹਿਲਾਂ ਤੋਂ ਜਦੋਂ ਤੋਂ ਚੱਲਿਆ ਉਦੋਂ ਤੇ ਫੈਸਲਾ ਨਹੀਂ ਸੀ ਆ, ਪਰ ਜਦੋਂ ਦਾ ਰਾਮ ਜਨਮ ਭੂਮੀ ਤੇ ਬਾਬਰੀ ਮਸਜਿਦ ਦਾ ਫੈਸਲਾ ਆ ਗਿਆ ਨਾ, ਉਦੋਂ ਬਾਅਦ ਤਾਂ ਮੈਂ ਇਸ ਚੀਜ਼ ਨੂੰ ਫਿਰ ਵਕੀਲਾਂ ਦੇ ਨਾਲ ਵੀ ਰਾਏ ਕੀਤੀ, ਸਾਰਿਆਂ ਨਾਲ ਕੀਤੀ ਵੀ ਮੈਨੂੰ ਇਹ ਦੱਸੋ ਵੀ ਇਹ ਜਿਹੜੇ ਲੋਕ ਨੇ ਵੀ ਜਿਸ ਤਰ੍ਹਾਂ ਦੂਸਰੇ ਆ ਜਿਹੜੇ ਡੰਮੀ ਗੁਰੂ ਬਣੇ ਫਿਰਦੇ ਨੇ, ਚਾਹੇ ਉਹ ਗੁਰਮੀਤ ਰਾਮ ਰਹੀਮ ਆ, ਚਾਹੇ ਰਾਧਾ ਸੁਆਮੀ ਆ, ਚਾਹੇ ਪਿਆਰਾ ਭੰਡਾਰੇ ਵਾਲਾ, ਚਾਹੇ ਆ ਨੂਰ ਮਹਿਲੀਆ ਆਸ਼ੂਤੋਸ਼ ਹੈ ਜਾਂ ਕੋਈ ਹੋਰ ਬਣੇ ਫਿਰਦੇ ਨੇ, ਵੀ ਉਹ ਤੇ ਸਾਡੇ ਕਿਸੇ ਵੀ ਗੁਰੂ ਸਾਹਿਬ ਦੇ ਨਾਲ ਆਪਣੇ ਆਪ ਨੂੰ ਨਹੀਂ ਜੋੜਦੇ। ਪਰ ਜਿਹੜੇ ਕੂਕੇ ਨੇ ਇਹ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਸਾਨੂੰ ਜਿਹੜੀ ਆ ਇਹ ਗੁਰਤਾ ਗੱਦੀ ਦਿੱਤੀ ਆ, ਤੇ ਫਿਰ ਉਹ ਆਪਣਾ ਪਹਿਲਾਂ 11ਵਾਂ ਗੁਰੂ ਬਾਬਾ ਬਾਲਕ ਸਿੰਘ ਨੂੰ, 12ਵਾਂ ਬਾਬੇ ਰਾਮ ਸਿੰਘ ਨੂੰ, ਤੇ ਉਸ ਤੋਂ ਬਾਅਦ ਫਿਰ ਉਹ 12ਵਾਂ ਵੀ ਇਸ ਕਰਕੇ ਕਹਿੰਦੇ ਨੇ ਕਿ ਇਹ ਵੀ ਅੱਜ ਤੱਕ ਲੋਕਾਂ ਨੂੰ ਆਮ ਭੁਲੇਖਾ ਹੈ ਵੀ ਇਹ ਗਿਣਦੇ ਤੇ 16-17 ਨੇ, ਤੇ ਜਦੋਂ ਅਰਦਾਸ ਕਰਦੇ ਨੇ ਉਦੋਂ ਕਹਿੰਦੇ ਆ ਵੀ ਪਾਤਸ਼ਾਹੀ 12ਵੀਂ। ਇਹ ਸਿਰਸਾ ਸਾਹਿਬ ਇਹ ਵੀ ਮੈਂ ਜਾਣਨਾ ਚਾਹੂੰਗਾ ਕਿ ਜਿਹੜੀ ਅਰਦਾਸ ਕਰਦੇ ਆ ਉਹ ਵੀ ਕੋਈ ਜਿਹੜੀ ਸਿੱਖ ਅਰਦਾਸ ਕਰਦੇ ਆ ਤੇ ਇਹਨਾਂ ਦੀ ਅਰਦਾਸ ਜਿਹੜੀ ਉਹਦੇ ਵਿੱਚ ਵੀ ਕੋਈ ਫਰਕ ਹੈ? ਬਿਲਕੁਲ। ਇਹ ਅਰਦਾਸ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਸ਼ੁਰੂ ਕਰਕੇ ਤੇ ਫਿਰ ਇਹ 10 ਗੁਰੂ ਸਾਹਿਬਾਨਾਂ ਦੇ ਨਾਂ ਲੈ ਕੇ ਉਸ ਤੋਂ ਬਾਅਦ ਫਿਰ ਇਹ 11ਵਾਂ ਜਿਹੜਾ ਉਹ ਬਾਬੇ ਬਾਲਕ ਸਿੰਘ ਨੂੰ ਤੇ 12ਵਾਂ ਬਾਬੇ ਰਾਮ ਸਿੰਘ ਨੂੰ ਉਹਨੂੰ ਇਹ ਅੱਗੇ ਲਿਆਉਂਦੇ ਨੇ। ਤੇ ਰਾਮ ਸਿੰਘ ਦੇ ਬਾਰੇ ਪਾਤਸ਼ਾਹੀ 12ਵੀਂ, ਪਰ ਗਿਣਦੇ ਜਿਹੜੇ ਨੇ ਜਿਸ ਤਰ੍ਹਾਂ ਬਾਬੇ ਰਾਮ ਸਿੰਘ ਤੋਂ ਬਾਅਦ ਬਾਬਾ ਹਰੀ ਸਿੰਘ, ਬਾਬਾ ਪ੍ਰਤਾਪ ਸਿੰਘ, ਫਿਰ ਪ੍ਰਤਾਪ ਸਿੰਘ ਦਾ ਪੁੱਤਰ ਜਗਜੀਤ ਸਿੰਘ ਤੇ ਜਗਜੀਤ ਸਿੰਘ ਦਾ ਭਤੀਜਾ ਜਿਹੜਾ ਅਹੁਦੇ ਸਿੰਘ ਹੁਣ ਗੱਦੀ ਤੇ ਬੈਠਾ ਹੈ, ਇਹ ਸਾਰਿਆਂ ਦੇ ਨਾਂ ਲੈਂਦੇ ਨੇ। ਸੋ ਇਹ 12ਵੀਂ ਇਸ ਕਰਕੇ ਕਹਿੰਦੇ ਨੇ, ਇਹ ਗੱਲ ਮੰਨਦੇ ਨੇ ਕਿ ਜਿਹੜੇ ਉਹਨਾਂ ਦੇ ਹਿਸਾਬ ਨਾਲ ਉਹ ਕਹਿੰਦੇ ਆ ਕਿ ਬਾਬਾ ਰਾਮ ਸਿੰਘ ਜਿਹੜਾ ਉਹ ਸਤਿਗੁਰੂ ਕਹਿੰਦੇ ਨੇ ਵੀ ਉਹਨਾਂ ਨੇ ਆਉਣਾ ਹੈ, ਵੀ ਉਹ ਸਰੀਰਕ ਤੌਰ ਤੇ ਅਜੇ ਸੰਸਾਰ ਦੇ ਉੱਤੇ ਹੈਗੇ ਨੇ ਤੇ ਉਹਨਾਂ ਨੇ ਆਉਣਾ ਹੈ, ਤੇ ਫਿਰ ਇਹ ਜਿਹੜਾ
ਅੱਗੇ ਉਹ ਜੋ ਚੱਲਣੀ ਆ। ਜੀ। ਪਰ ਅਜੇ ਉਹ ਇੱਥੇ ਹੀ ਆ ਤੇ ਉਹਨਾਂ ਨੂੰ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਇਹ ਜਿਹੜਾ ਇਹਨਾਂ ਦੇ ਨਾਂ ਜਿਹੜੇ ਉਹ ਲੈ ਰਹੇ ਨੇ। ਜੀ ਬਿਲਕੁਲ, ਸੰਗਤਾਂ ਜਿਹੜੀਆਂ ਆ ਉਹ ਇਸ ਗੱਲ ਦੇ ਉੱਤੇ ਜ਼ਰੂਰ ਗੌਰ ਕਰਨ ਕਿ ਕਿਵੇਂ ਸਿੱਖੀ ਦੇ ਉੱਤੇ ਵੱਖ-ਵੱਖ ਤਰੀਕੇ ਦੇ ਨਾਲ ਹਮਲੇ ਜਿਹੜੇ ਆ ਉਹ ਹੋ ਰਹੇ ਆ। ਜਿਵੇਂ ਹੁਣ ਇਹ ਕੂਕਿਆਂ ਦੁਆਰਾ ਜਿਹੜੇ ਗੁਟਕਾ ਸਾਹਿਬ ਆ ਉਹ ਆਪਣੇ ਤਰੀਕੇ ਦੇ ਨਾਲ ਬਣਾ ਲਏ ਗਏ ਆ, ਉਹਨਾਂ ਦੀ ਵਿਆਖਿਆ ਜਿਹੜੀ ਗੁਰਬਾਣੀ ਦੀ ਆਪਣੇ ਤਰੀਕੇ ਨਾਲ ਕਰ ਲਈ ਗਈ ਆ, ਭੂਮਿਕਾ ਜਿਹੜੀ ਆ ਉਹ ਲਿਖੀ ਗਈ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਰੱਦ ਕੀਤਾ ਗਿਆ ਹੈ। ਸੋ ਬਲਦੇਵ ਸਿੰਘ ਸਿਰਸਾ ਜਿਹੜੇ ਆ ਉਹ ਹਮੇਸ਼ਾ ਹੀ ਅਜਿਹੇ ਪੰਥਕ ਮਸਲੇ, ਅਜਿਹੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਲੈ ਕੇ ਆਉਂਦੇ ਆ ਜਿਨ੍ਹਾਂ ਤੋਂ ਬਹੁਤ ਸਾਰੀ ਸੰਗਤ ਅਣਜਾਣ ਆ ਕਿ ਸਿੱਖੀ ਦੇ ਵਿੱਚ ਹੋ ਕੀ ਰਿਹਾ ਆ। ਕਿਉਂਕਿ ਕਿਤੇ ਨਾ ਕਿਤੇ ਅਸੀਂ ਸਾਰੇ ਕੰਮਾਂ-ਕਾਰਾਂ ਵਾਲੇ ਆ, ਅਸੀਂ ਇੱਥੇ ਤੱਕ ਹੀ ਸੀਮਿਤ ਆ ਕਿ ਅਸੀਂ ਸਵੇਰੇ ਨਿਤਨੇਮ ਕਰ ਲਿਆ, ਸ਼ਾਮ ਨੂੰ ਨਿਤਨੇਮ ਕਰ ਲਿਆ ਤੇ ਆਪਣਾ ਕੰਮਕਾਜ ਜਿਹੜਾ ਆ ਉਹ ਕਰ ਲਿਆ, ਆਪਣੀ ਕਿਰਤ ਦੇ ਉੱਤੇ ਧਿਆਨ ਹੈ। ਪਰ ਬਹੁਤ ਕੁਝ ਅਜਿਹਾ ਰਲੇਵਾਂ ਪੈ ਰਿਹਾ ਵਾ ਜਿਹਦੇ ਕਰਕੇ ਸਿੱਖੀ ਨੂੰ ਬੜਾ ਵੱਡਾ ਇੱਕ ਢਾਹ ਜਿਹੜੀ ਉਹ ਲੱਗ ਰਹੀ ਆ, ਜਾਂ ਕਹਿ ਲਿਆ ਜਾਵੇ ਕਿ ਬਹੁਤ ਵੱਡੇ ਅਟੈਕ ਜਿਹੜੇ ਆ ਸਿੱਖੀ ਦੇ ਉੱਤੇ ਉਹ ਹੋ ਰਹੇ ਆ। ਸੋ ਅੱਜ ਦੇ ਬ੍ਰੇਕਫਾਸਟ ਸ਼ੋਅ ਦੇ ਵਿੱਚ ਖਾਸ ਤੌਰ ਦੇ ਉੱਤੇ ਸਰਦਾਰ ਬਲਦੇਵ ਸਿੰਘ ਸਿਰਸਾ ਦੇ ਨਾਲ ਚਰਚਾ ਕਰਨ ਦਾ ਸਾਡਾ ਵਿਚਾਰ ਇਸੇ ਕਰਕੇ ਬਣਿਆ ਕਿ ਪਿਛਲੇ ਦਿਨੀ ਸਾਰੀਆਂ ਵੱਡੀਆਂ ਪੰਜਾਬੀ ਅਖਬਾਰਾਂ ਜਿਹੜੀਆਂ ਆ ਉਹਨਾਂ ਦੇ ਵਿੱਚ ਸਿੱਖ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੁਆਰਾ ਜਿਹੜਾ SGPC ਦੇ ਪ੍ਰਧਾਨ ਤੇ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਗਿਆ ਆ, ਉਸ ਸਬੰਧ ਦੇ ਵਿੱਚ ਲਿਖਿਆ ਗਿਆ ਆ ਸਾਰਾ ਕੁਝ। ਤੇ ਬਲਦੇਵ ਸਿੰਘ ਸਿਰਸਾ ਹੋਰਾਂ ਦੇ ਵੱਲੋਂ ਜਿਹੜੀ ਚੀਜ਼ ਸਾਹਮਣੇ ਲਿਆਂਦੀ ਗਈ ਆ ਉਸ ਨੂੰ ਪੜ੍ਹ ਕੇ ਸੁਣ ਕੇ ਹਰੇਕ ਸਿੱਖ ਨੂੰ ਬੜੀ ਹੈਰਾਨੀ ਹੁੰਦੀ ਆ ਕਿ ਇਹ ਹੋ ਕੀ ਰਿਹਾ ਆ। ਸੋ ਸਿਰਸਾ ਸਾਹਿਬ, ਅੱਗੇ ਗੱਲ ਨੂੰ ਲੈ ਕੇ ਜਾਵਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਤੁਸੀਂ ਮਿਲੇ 2018 ਦੇ ਵਿੱਚ, ਤੁਸੀਂ ਦੱਸਿਆ। ਉਸ ਤੋਂ ਪਹਿਲਾਂ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਸ ਗੱਲ ਤੋਂ ਜਾਣੂ ਕਰਵਾਇਆ ਗਿਆ, ਤੇ ਜਾਣੂ ਕਰਵਾਉਣ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਕੀ ਰਿਐਕਸ਼ਨ ਸੀ, ਤੇ ਉਸ ਰਿਐਕਸ਼ਨ ਦੇ ਉੱਤੇ ਕੋਈ ਅਸਰ ਵੀ ਹੋਇਆ ਜਾਂ ਫਿਰ ਦੁਬਾਰਾ ਪ੍ਰਧਾਨ ਨੂੰ ਮਿਲਣ ਦੀ ਨੌਬਤ ਕਿਉਂ ਆਈ? ਜੀ, ਇਸ ਤੋਂ ਪਹਿਲਾਂ ਮੈਂ ਜੀ ਗਿਆਨੀ ਗੁਰਬਚਨ ਸਿੰਘ ਜੀ ਉਹਨੂੰ ਵੀ ਮਿਲਿਆ ਸੀ ਜੀ ਬਹੁਤ ਸਾਲ ਪਹਿਲਾਂ, ਤੇ ਉਹਨੂੰ ਗੁਰਬਾਣੀ ਦਾ ਗੁਟਕੇ ਵੀ ਲੈ ਗਿਆ। ਇਹਨਾਂ ਨੇ ਕੈਲੰਡਰ ਛਪਾਏ ਨੇ ਜਿਹਦੇ ਵਿੱਚ ਇਹ ਬਾਬੇ ਰਾਮ ਸਿੰਘ ਦੀ ਜਿਹੜੀ ਫੋਟੋ ਆ, ਜਿੱਥੇ ਆਮ ਤੌਰ ਤੇ ਵੈਸੇ ਸਿੱਖ ਜਿਹੜਾ ਨਾ ਉਹ ਫੋਟੋ ਦਾ ਪੁਜਾਰੀ ਨਹੀਂ ਹੈਗਾ, ਪਰ ਜਿਹੜੇ ਕੈਲੰਡਰ ਬਣੇ ਨੇ ਉਹਨਾਂ ਦੇ ਵਿੱਚ ਵੀ ਛੇੜਛਾੜ ਨਹੀਂ ਕੀਤੀ ਜਾ ਸਕਦੀ ਵੀ ਉਹਨਾਂ ਦੇ ਨਾਲ ਕਿਸੇ ਹੋਰ ਨੂੰ ਰਲਾ ਦਿਓ। ਉਹਨਾਂ ਨੇ ਉਹ ਪਾਤਸ਼ਾਹੀ 12ਵੀਂ, ਬਾਕੀ ਹੋਰ ਕਿਸੇ ਦੀ ਫੋਟੋ ਨਹੀਂ ਗਈ, ਉਹ ਬਾਬੇ ਬਾਲਕ ਸਿੰਘ ਦੀ ਤੇ ਉਹ ਨਾਲ ਬਾਬੇ ਰਾਮ ਸਿੰਘ ਦੀ ਫੋਟੋ ਆ। ਉਹ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਫੋਟੋ ਆਉਂਦੀ ਆ ਨਾ, ਉੱਥੇ ਉਹਨਾਂ ਨੇ ਉਹ ਬਾਬੇ ਰਾਮ ਸਿੰਘ ਦੀ ਫੋਟੋ ਤੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਤੇ ਬਾਲਕ ਸਿੰਘ, ਤੇ ਬਾਹਰ ਬਾਕੀ ਗੁਰੂ ਜਿਹੜੇ ਨੇ ਬਾਕੀ ਬਾਹਰ ਨੇ। ਸੋ ਇਹ ਪ੍ਰਮੋਟ ਹੀ ਸਾਰਾ ਜਿਹੜਾ ਹੈ ਉਹਨੂੰ ਕਰ ਰਹੇ ਨੇ। ਸੋ ਉਹ ਮੈਂ ਲੈ ਕੇ ਉਦੋਂ ਗੁਰਬਚਨ ਸਿੰਘ ਨੂੰ ਮਿਲਿਆ ਸੀ, ਪਰ ਗਿਆਨੀ ਗੁਰਬਚਨ ਸਿੰਘ ਦੇ ਤੁਹਾਨੂੰ ਪਤਾ ਨਾ ਵੀ ਉਹ ਤਾਂ ਬਾਦਲ ਦਾ ਜੀ ਹਜ਼ੂਰੀਆ ਸੀ, ਉਹਨੇ ਤੇ ਕੋਈ ਗੱਲ ਜਿਹੜੀ ਆ ਨਹੀਂ ਕੀਤੀ ਤੇ ਅਣਸੁਣੀ ਕਰਤੀ। ਤੇ ਫਿਰ ਉਸ ਤੋਂ ਬਾਅਦ ਮੈਂ ਆਪਣੀ ਜਿਹੜਾ ਸੀ ਇਹ ਸੰਘਰਸ਼ ਜਾਰੀ ਰੱਖਿਆ। ਤੇ ਫਿਰ ਮੈਂ ਜਦੋਂ ਲੌਂਗੋਵਾਲ ਨੂੰ ਮਿਲਿਆ ਤੇ ਲੌਂਗੋਵਾਲ ਨੇ ਫਿਰ ਇੱਕ ਕੰਮ ਕੀਤਾ ਕਿ ਉਹਨੇ ਸਿੱਖ ਇਤਿਹਾਸ ਰਿਸਰਚ ਬੋਰਡ ਨੂੰ ਇਹ ਮੇਰਾ ਸਾਰਾ ਜਿਹੜਾ ਦਸਤਾਵੇਜ਼ ਸੀ, ਜਿਹੜੇ ਮੰਗ ਪੱਤਰ ਤੇ ਜਿਹੜੀ ਇਹ ਗੁਰਬਾਣੀ ਦੇ ਗੁਟਕੇ ਦੀ ਫੋਟੋ, ਜਿਹੜੀ ਭੂਮਿਕਾ ਲਿਖੀ ਹੈ ਤੇ ਕਿਤਾਬਾਂ, ਇਹ ਸਾਰਾ ਕੁਝ ਉਹਨੇ ਸਾਰਾ ਪਲੰਦਾ ਜਿਹੜਾ ਸੀ ਦਸਤਾਵੇਜ਼ ਸਾਰੇ ਦੇ ਸਾਰੇ ਸਿੱਖ ਇਤਿਹਾਸ ਰਿਸਰਚ ਬੋਰਡ ਨੂੰ ਦੇ ਦਿੱਤੇ। ਉਹਨਾਂ ਜਿਹੜੇ ਸਕਾਲਰ ਨੇ ਸ਼੍ਰੋਮਣੀ ਕਮੇਟੀ ਦੇ, ਉਹਨਾਂ ਨੇ ਇਹ ਤੇ ਘੋਖ ਕਰਕੇ ਤੇ ਆਪਣੀ ਰਿਪੋਰਟ ਜਿਹੜੀ ਦਿੱਤੀ ਕਿ ਬਲਦੇਵ ਸਿੰਘ ਸਿਰਸਾ ਵੱਲੋਂ ਜੋ ਇਹ ਸ਼ਿਕਾਇਤ ਕੀਤੀ ਗਈ ਹੈ ਇਹ ਬੜੀ ਜਾਇਜ਼ ਹੈ ਤੇ ਵਾਜਬ ਹੈ। ਇਹਨਾਂ ਨਾਮਧਾਰੀ ਕੋਕਿਆਂ ਨੇ ਇਹ ਜਿਹੜਾ ਇਹ ਬਹੁਤ ਵੱਡਾ ਇੱਕ ਸਿੱਖ ਧਰਮ ਦੇ ਉੱਤੇ ਹਮਲਾ ਹੈ, ਇਹ ਅਟੈਕ ਹੈ ਇੱਕ, ਇਸ ਕਰਕੇ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਸ ਤੋਂ ਬਾਅਦ ਉਹ ਫਿਰ ਪ੍ਰਧਾਨ ਕੋਲ ਜਦੋਂ ਗਈ ਰਿਪੋਰਟ, ਉਹਨੇ ਫਿਰ ਧਰਮ ਪ੍ਰਚਾਰ ਕਮੇਟੀ ਨੂੰ ਭੇਜਿਆ ਵੀ ਤੁਸੀਂ ਇੱਥੇ ਪੜਤਾਲ ਕਰੋ। ਧਰਮ ਪ੍ਰਚਾਰ ਕਮੇਟੀ ਨੇ ਵੀ ਉਹ ਸਾਰਾ ਘੋਖ ਕਰਕੇ ਤੇ ਉਹਨਾਂ ਨੇ ਆਪਣਾ ਮਤਾ ਨੰਬਰ 460 ਮਿਤੀ 17/10/2018 ਨੂੰ ਮਤਾ ਲਿਖ ਕੇ ਤੇ ਉਹ ਫਿਰ ਪ੍ਰਧਾਨ ਨੂੰ ਭੇਜਿਆ। ਤੇ ਨਾਲ ਉਹਨਾਂ ਨੇ ਆਪਣੀ ਉਹਨਾਂ ਨੇ ਇਹ ਵੀ ਲਿਖਿਆ ਕਿ ਸਿੱਖ ਇਤਿਹਾਸ ਰਿਸਰਚ ਬੋਰਡ ਤੇ ਬਲਦੇਵ ਸਿੰਘ ਸਿਰਸਾ ਵੱਲੋਂ ਕੀਤੀ ਸ਼ਿਕਾਇਤ ਦੇ ਮੁਤਾਬਕ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕੋਕਿਆਂ ਦੇ ਖਿਲਾਫ। ਤੇ ਨਾਲ ਉਹਨਾਂ ਨੇ ਲਿਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਤਲਬ ਕਿ ਉਹ ਤੋਂ ਆਦੇਸ਼ ਵੀ ਪ੍ਰਾਪਤ ਕੀਤਾ ਜਾਵੇ। ਅੱਛਾ ਜੀ। ਉਹ ਫਿਰ ਪ੍ਰਧਾਨ ਨੇ ਫਿਰ ਜਿਹੜਾ ਸੀ ਸਾਰਾ ਉਹ ਦਸਤਾਵੇਜ਼ ਜਿਹੜੇ ਸੀ ਉਹ ਸਾਰੇ ਭੇਜਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ। ਗਿਆਨੀ ਹਰਪ੍ਰੀਤ ਸਿੰਘ ਦਾ ਮੈਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ 24/12/18 ਨੂੰ ਇੱਥੇ ਸਾਰੀ ਪੜਤਾਲ ਕਰਕੇ ਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਤੌਰ ਤੇ ਆਦੇਸ਼ ਜਾਰੀ ਕਰਤਾ ਕਿ ਇਹਨਾਂ ਕੂਕਿਆਂ ਦੇ ਖਿਲਾਫ
ਜੋ ਇਹ ਰਿਪੋਰਟਾਂ ਆਈਆਂ ਨੇ ਜੀ ਇਹ ਸਾਰੀਆਂ ਵਾਜਬ ਨੇ ਤੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੀ ਜਦੋਂ ਇਹ ਗੱਲ ਹੋਈ ਤਾਂ ਉਸ ਤੋਂ ਬਾਅਦ ਹੈਰਾਨਗੀ ਇਸ ਗੱਲ ਦੀ ਜੀ ਵੀ ਇੱਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਇਹ ਗੱਲ ਕਹਿੰਦੀ ਹੈ ਕਿ ਅਕਾਲ ਤਖਤ ਸੁਪਰੀਮ ਹੈ, ਜੀ ਜੋ ਵੀ ਇੱਥੋਂ ਆਦੇਸ਼ ਜਾਰੀ ਹੁੰਦਾ ਹੈ ਹਰ ਸਿੱਖ ਨੂੰ ਉਹ ਮੰਨਣਾ ਜ਼ਰੂਰੀ ਹੈ ਜੀ ਤੇ ਮੰਨਣਾ ਵੀ ਚਾਹੀਦਾ। ਜੀ ਮੈਂ ਵੀ ਅਕਾਲ ਤਖਤ ਨੂੰ ਸਮਰਪਿਤ ਹਾਂ ਜੀ ਕਿ ਜੋ ਅਕਾਲ ਤਖਤ ਤੋਂ ਜਾਇਜ਼ ਫੈਸਲੇ ਹੋ ਰਹੇ ਨੇ ਜੀ ਉਹ ਫੈਸਲੇ ਸਾਨੂੰ ਕੌਮ ਪ੍ਰਸਤ ਜਿਹੜੇ ਕੌਮ ਦੇ ਹੱਕ 'ਚ ਹੋ ਰਹੇ ਨੇ ਉਹ ਸਾਨੂੰ ਮੰਨਣੇ ਚਾਹੀਦੇ ਨੇ। ਜੀ ਪਰ ਹੋਇਆ ਕੀ ਕਿ ਇਹਨਾਂ ਨੇ ਇੱਕ ਸਬ ਕਮੇਟੀ ਬਣਾ ਦਿੱਤੀ ਪਰ ਉਸ ਸਬ ਕਮੇਟੀ ਨੇ ਵੀ ਗਿੱਲ ਸਾਹਿਬ ਰਿਪੋਰਟ ਜਿਹੜੀ ਸੀ ਉਹ ਕਰ ਦਿੱਤੀ ਕਿ ਇਹਨਾਂ ਕੂਕਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਜੀ ਪਰ ਇਹਨਾਂ ਨੇ ਫਿਰ ਵੀ ਕਾਰਵਾਈ ਇਹਨਾਂ ਤੇ ਨਾ ਕੀਤੀ। ਉਸ ਤੋਂ ਬਾਅਦ ਮੈਂ ਸਾਰਾ ਜਿਹੜਾ ਸੀ ਇਹ ਆਰਟੀਏ 'ਚ ਲੈ ਲਿਆ। ਆਰਟੀਏ 'ਚ ਲੈ ਕੇ ਫਿਰ ਮੈਂ ਇੱਕ ਚੇਤਾਵਨੀ ਪੱਤਰ ਦਿੱਤਾ ਇਹਨਾਂ ਨੂੰ ਜੀ ਤੇ ਇਹਨਾਂ ਨੇ ਚੇਤਾਵਨੀ ਪੱਤਰ ਦੀ ਵੀ ਕੋਈ ਪਰਵਾਹ ਨਹੀਂ ਕੀਤੀ। ਜੀ ਫਿਰ ਮੈਂ ਇਹਨਾਂ ਨੂੰ ਕਾਨੂੰਨੀ ਨੋਟਿਸ ਦਿੱਤਾ ਜੀ 23/11/2019 ਨੂੰ ਜੀ ਵੀ ਇਹਨਾਂ ਦੇ ਖਿਲਾਫ ਤੁਸੀਂ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਨਹੀਂ ਕੀਤੀ ਜੀ ਤੇ ਜੇ ਸ਼੍ਰੋਮਣੀ ਕਮੇਟੀ ਹੀ ਅਕਾਲ ਤਖਤ ਦੇ ਆਦੇਸ਼ ਦੀ ਪਾਲਣਾ ਨਹੀਂ ਕਰੇਗੀ ਜੀ ਤੇ ਆਮ ਸਿੱਖ ਕਿਵੇਂ ਪਾਲਣਾ ਕਰੇਗਾ। ਜੀ ਸੋ ਮੈਂ ਉਹ ਜਿਹੜਾ ਨੋਟਿਸ ਦਿੱਤਾ ਨਾ ਉਹ ਤੁਸੀਂ ਹੈਰਾਨ ਹੋਵੋਗੇ ਵੀ ਕੱਲੀ ਸ਼੍ਰੋਮਣੀ ਕਮੇਟੀ ਜਾਂ ਪ੍ਰਧਾਨ ਅਹੁਦੇਦਾਰਾਂ ਨੂੰ ਨਹੀਂ ਦਿੱਤਾ, ਜੀ ਉਹ ਮੈਂ ਸਮੁੱਚੇ 185 ਮੈਂਬਰਾਂ ਨੂੰ ਦਿੱਤਾ। ਜੀ ਉਹ ਜਦੋਂ ਉਹਨਾਂ ਨੂੰ ਦਿੱਤਾ ਤੇ ਉਹਨਾਂ ਦੇ ਵਿੱਚੋਂ ਇੱਕ ਬੀਬੀ ਜਸਪਾਲ ਕੌਰ ਆ ਜੀ ਮੈਂਬਰ ਰਾਮਪੁਰਾ ਫੂਲ ਜੀ ਜਿਨੇ ਸਾਡੀ ਇਸ ਗੱਲ ਦੀ ਹਮਾਇਤ ਕੀਤੀ ਹੈ ਵੀ ਇਹ ਠੀਕ ਹੈ ਬਾਕੀ ਕਿਸੇ ਨੇ ਕੀਤਾ। ਸੋ ਉਹਨਾਂ ਵੱਲੋਂ ਨੋਟਿਸ ਦਾ ਜਵਾਬ ਨਾ ਆਉਣ ਕਰਕੇ ਫਿਰ ਮੇਰੇ ਵੱਲੋਂ ਜਦੋਂ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ ਜੀ ਤਾਂ ਫਿਰ ਇਹ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚ ਮੈਂ ਉਹਨਾਂ ਨੂੰ 60 ਦਿਨ ਦਾ ਸਮਾਂ ਦਿੱਤਾ ਸੀ ਕਿ ਤੁਸੀਂ 60 ਦਿਨ ਦੇ ਅੰਦਰ ਅੰਦਰ ਕੂਕਿਆਂ ਦੇ ਖਿਲਾਫ ਜਿਹੜੀ ਆ ਕਾਰਵਾਈ ਕੀਤੀ ਜਾਵੇ ਕਿਉਂਕਿ ਤੁਹਾਨੂੰ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਤੇ ਇਹ ਤੁਸੀਂ ਕਾਰਵਾਈ ਕਰੋ। ਜੇ ਨਹੀਂ ਕਰੋਗੇ ਤੇ ਫਿਰ ਮੈਂ ਤੁਹਾਡੇ ਖਿਲਾਫ ਕੇਸ ਕਰਾਂਗਾ। ਜੀ ਉਹਨਾਂ ਨੇ ਜਿਹੜੀ ਸੀ ਉਹ ਅਕਾਲ ਤਖਤ ਦੇ ਆਦੇਸ਼ ਦੀ ਪਾਲਣਾ ਨਹੀਂ ਕੀਤੀ ਜੀ ਨਾ ਮੇਰੇ ਨੋਟਿਸ ਦਾ ਜਵਾਬ ਦਿੱਤਾ ਤੇ ਮੈਂ ਹੁਣ ਅਦਾਲਤ 'ਚ ਜਿਹੜਾ ਉਹ ਕੇਸ ਕਰਤਾ। ਸਰਸਾ ਸਾਹਿਬ ਤੁਸੀਂ ਅਦਾਲਤ ਦੇ ਵਿੱਚ ਕੇਸ ਕੀਤਾ ਆ ਸਿੱਖ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚ ਉਹਨਾਂ ਨੇ ਨੋਟਿਸ ਵੀ ਜਾਰੀ ਕੀਤਾ ਆ। ਉਹ ਨੋਟਿਸ ਜਾਰੀ ਕਰਕੇ ਕੀ ਸਮਾਂ ਦਿੱਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਤੇ ਸਕੱਤਰ ਨੂੰ ਕਿ ਇੰਨੇ ਚਿਰ ਦੇ ਵਿੱਚ ਇਸ ਮਾਮਲੇ ਦੀ ਪੜਤਾਲ ਜਿਹੜੀ ਆ ਉਹ ਕੀਤੀ ਜਾਵੇ ਤੇ ਕਿਹੜੇ ਤਰੀਕੇ ਨਾਲ ਕੀਤੀ ਜਾਣੀ ਆ ਉਹ ਵੀ ਸਾਰਾ ਕੁਝ ਡਿਟੇਲ ਦਿੱਤੀ ਗਈ ਹੈ। ਪੜਤਾਲਾਂ ਸਭ ਹੋ ਚੁੱਕੀਆਂ ਨੇ ਗਿੱਲ ਸਾਹਿਬ। ਜੀ ਹੁਣ ਤਾਂ ਸਿਰਫ ਇਹ ਆ ਵੀ ਜਿਹੜਾ ਅਦਾਲਤ ਦੇ ਵਿੱਚ ਮੈਂ ਕੇਸ ਕੀਤਾ ਨਾ ਉਹਦੇ ਮੁਤਾਬਕ ਇਹ ਆ ਕਿ ਇਹ ਹੁਣ ਇਹਨਾਂ ਨੇ ਅਦਾਲਤ ਨੇ ਅਗਲੀ ਜਿਹੜੀ ਹੁਣ ਤਰੀਕ ਆਉਣ ਵਾਲੀ ਆ ਜੀ ਉਹ 5 ਮਾਰਚ ਦਿੱਤੀ ਆ ਜਿਹਦੇ ਵਿੱਚ ਅਸੀਂ ਇਹ 4 ਧਿਰਾਂ ਜਿਹੜੀਆਂ ਤੁਹਾਨੂੰ ਪਹਿਲਾਂ ਦੱਸੀਆਂ ਨੇ ਵੀ ਪਾਰਟੀ ਬਣਾਈਆਂ ਨੇ ਜੀ ਉਹਨਾਂ ਨੂੰ ਨੋਟਿਸ ਜਾਰੀ ਕਰਤਾ ਹੈ ਕਿ 5 ਮਾਰਚ ਤੱਕ ਜੀ ਜਾਂ ਤੇ ਤੁਸੀਂ ਆਪਣਾ ਆ ਕੇ ਪੱਖ ਰੱਖੋ ਵੀ ਤੁਸੀਂ ਇਹ ਕਾਰਵਾਈ ਕਿਉਂ ਨਹੀਂ ਕੀਤੀ ਤਾਂ ਨਹੀਂ ਤਾਂ ਫਿਰ ਅਸੀਂ ਉਸ ਪਟੀਸ਼ਨ 'ਚ ਮੰਗ ਕੀਤੀ ਹੈ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਰੂਪ ਸਿੰਘ ਮੁੱਖ ਸਕੱਤਰ ਤੇ ਸਕੱਤਰ ਧਰਮ ਪ੍ਰਚਾਰ ਕਮੇਟੀ ਇਹਨਾਂ ਦੇ ਕੰਮ ਦੇ ਉੱਤੇ ਪੂਰਨ ਰੋਕ ਲਾਈ ਜਾਵੇ। ਨਹੀਂ ਜਿਹੜਾ ਹੁਣ ਨੋਟਿਸ ਜਾਰੀ ਹੋਇਆ ਆ ਜੇਕਰ ਉਹਦੇ ਉੱਤੇ ਇਹਨਾਂ ਨੂੰ ਕਦੋਂ ਤੱਕ ਕਿਹਾ ਗਿਆ ਹੈ ਪੜਤਾਲਾਂ ਹੋ ਚੁੱਕੀਆਂ ਕਿ ਜਵਾਬ ਕਦੋਂ ਤੱਕ ਇਹਨਾਂ ਨੇ ਦੇਣਾ ਹੈ ਕਿ ਕੀ ਇਹ ਮਾਮਲਾ ਕਿੱਦਾਂ ਹੈ ਅਸੀਂ ਕੀ ਕੀਤਾ ਇਹਦੇ ਉੱਤੇ। ਮੈਂ ਉਹੀ ਤੁਹਾਨੂੰ ਦੱਸ ਰਿਹਾ ਜੀ ਕਿ 5 ਮਾਰਚ ਤੱਕ ਦਾ ਇਹਨਾਂ ਨੂੰ ਸਮਾਂ ਦਿੱਤਾ ਹੈ ਜੀ ਵੀ 5 ਮਾਰਚ ਤੱਕ ਤੁਸੀਂ ਆਪਣਾ ਪੱਖ ਰੱਖਣਾ ਜੀ ਹੁਣ ਇਹ ਪੱਖ ਕੀ ਰੱਖਣਗੇ ਜਾਂ ਤੇ ਅਕਾਲ ਤਖਤ ਤੋਂ ਹੋਏ ਆਦੇਸ਼ ਦੀ ਪਾਲਣਾ ਕਰਦੇ ਹੋਏ ਜੀ ਕੂਕਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਉਣਗੇ। ਜੀ ਜੇ 5 ਮਾਰਚ ਤੱਕ ਨਹੀਂ ਕਰਾਉਂਦੇ ਜੀ ਤੇ ਫਿਰ ਅਸੀਂ ਉੱਥੇ ਜਿਹੜੀ ਹੈ ਬਹਿਸ ਕਰਾਂਗੇ ਕਿ ਇਹਨਾਂ ਦੇ ਕੰਮ ਤੇ ਜਿਹੜਾ ਉਹ ਰੋਕ ਲੱਗੇ ਤੇ ਇਹਨਾਂ ਨੂੰ ਜਿਹੜਾ ਮੈਂਬਰ ਹੈ ਪ੍ਰਧਾਨ ਹੈ ਜਿਹੜਾ ਲੌਂਗੋਵਾਲ ਇਹਨੂੰ ਮੈਂਬਰੀ ਤੋਂ ਖਾਰਜ ਕੀਤਾ ਜਾਵੇ ਤੇ ਇਹਨਾਂ ਦੇ ਕੰਮ ਤੇ ਪੂਰਨ ਤੌਰ ਤੇ ਰੋਕ ਲਾਈ ਜਾਵੇ ਤੇ ਉਹਨਾਂ ਚਿਰ ਜਿਹੜਾ ਉਹ ਬਦਲਵੇਂ ਜਿੰਨਾ ਚਿਰ ਕੋਈ ਹੋਰ ਅਗਲਾ ਜਿਸ ਤਰ੍ਹਾਂ ਚੋਣ ਨਹੀਂ ਹੁੰਦੀ ਜਾਂ ਕੋਈ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਬਦਲਵੇਂ ਪ੍ਰਬੰਧ ਚਲਾਉਣ ਵਾਸਤੇ ਕਿਸੇ ਹੋਰ ਨੂੰ ਜਿਹੜਾ ਉਹਦੀ ਡਿਊਟੀ ਲਾਈ ਜਾਵੇ। ਜਿਵੇਂ ਸਿੱਖ ਗੁਰਦੁਆਰਾ ਜੁਡੀਸ਼ੀਅਲ ਕੋਰਟ ਆ ਸਰਸਾ ਸਾਹਿਬ ਤੁਸੀਂ ਵੀ ਜਾਣਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਇਹ ਅੰਡਰ ਜਿਹੜੀ ਆ ਉਹ ਚੱਲਦੀ ਆ ਉੱਥੋਂ ਹੀ ਸਾਰੀ ਅਪੁਆਇੰਟਮੈਂਟ ਜਿਹੜੀ ਹੁੰਦੀ ਆ। ਸੋ ਤੁਹਾਨੂੰ ਲੱਗਦਾ ਹੈ ਕਿ ਇਹ ਮਾਮਲਾ ਜਿਹੜਾ ਆ ਉਹ ਜਿੰਨੀ ਗੰਭੀਰਤਾ ਦੇ ਨਾਲ ਤੁਸੀਂ ਇਸ ਨੂੰ ਲੈ ਕੇ ਗਏ ਸੀ ਅਕਾਲ ਤਖਤ ਸਾਹਿਬ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਸਾਹਮਣੇ ਲਿਆਂਦਾ ਕਿਉਂਕਿ ਅਖਬਾਰਾਂ ਹਰੇਕ ਪੜ੍ਹਦਾ ਆ ਉਤੋਂ ਪਤਾ ਲੱਗਦਾ ਹੈ ਜੇ ਕੋਈ ਸਿੰਸੀਅਰ ਹੋਵੇ ਤਾਂ ਆਪਣੇ ਆਪ ਹੀ ਚੱਲ ਕੇ ਇਸ ਮਾਮਲੇ ਦੀ ਪੜਤਾਲ ਕਰਦਾ ਆ।
ਕੋਰਟ ਦੀ ਗੱਲ ਕਰੀਏ, ਕੋਰਟ ਦੁਆਰਾ ਵੀ ਹੁਣ ਨੋਟਿਸ ਜਾਰੀ ਕੀਤਾ ਗਿਆ ਆ। ਤੁਹਾਨੂੰ ਲੱਗਦਾ ਹੈ ਕਿ ਸਹੀ ਤਰੀਕੇ ਦੇ ਨਾਲ ਇਸ ਦੇ ਉੱਤੇ ਹੁਣ ਤੱਕ ਕੰਮ ਹੋਇਆ ਨਹੀਂਗਾ, ਤੇ ਗਾਂ ਕਿੰਨੀ ਕੁ ਆਸ ਰੱਖਦੇ ਹੋ ਕਿ ਹੋਏਗਾ ਇਹਦੇ ਉੱਤੇ, ਕਿ ਵਾਕਿਆ ਹੀ ਜਿਹੜੀ ਗੱਲ ਤੁਸੀਂ ਸਿੱਖ ਪੰਥ ਦੇ ਸਾਹਮਣੇ ਲੈ ਕੇ ਆਏ ਹੋ ਉਸ ਦੇ ਉੱਤੇ ਸ਼੍ਰੋਮਣੀ ਕਮੇਟੀ ਗੰਭੀਰਤਾ ਦੇ ਨਾਲ ਵਿਚਾਰ ਜਿਹੜੀ ਆ ਉਹ ਕਰੇਗੀ, ਜਾਂ ਕੋਰਟ ਵੀ ਇਸ ਦੇ ਉੱਤੇ ਸਖਤੀ ਦੇ ਨਾਲ ਕਰੇਗੀ ਕਿ ਵਾਕਿਆ ਹੀ ਸਿੱਖ ਹਿੱਤਾਂ ਨੂੰ ਜਾਂ ਸਿੱਖ ਪੰਥ ਨੂੰ ਇਸ ਚੀਜ਼ ਦੇ ਨਾਲ ਬਹੁਤ ਵੱਡਾ ਖਤਰਾ ਆ, ਜਾਂ ਇਹਦੇ ਨਾਲ ਮੈਂ ਸਮਝਦਾ ਆ ਕਿ ਜਿਵੇਂ ਆਪਣੇ ਹਿਸਾਬ ਨਾਲ ਗੁਰਬਾਣੀ ਦੀ ਵਿਆਖਿਆ ਜਿਹੜੀ ਕਰ ਲੈਣੀ, ਜਾਂ ਕੋਈ ਵੀ ਵਿਅਕਤੀ ਉੱਠ ਕੇ ਗੁਰਬਾਣੀ ਦੀ ਵਿਆਖਿਆ ਇਸ ਤਰੀਕੇ ਨਾਲ ਕਰ ਲਵੇ ਕਿ ਜਿਸ ਦੇ ਨਾਲ ਸਿੱਖ ਪੰਥ ਨੂੰ ਢਾਹ ਲਾਉਣ ਵਾਲੀ ਗੱਲ ਜਦੋਂ ਸਾਹਮਣੇ ਆਉਂਦੀ ਆ, ਤਾਂ ਕੀ ਉਨੀ ਗੰਭੀਰਤਾ ਦੇ ਨਾਲ ਵਿਚਾਰਨਾ ਪਿਛਲੇ ਦਿਨਾਂ ਦੇ ਵਿੱਚ ਹੋਇਆ, ਤੇ ਆਉਣ ਵਾਲੇ ਸਮੇਂ 'ਚ ਕਿੰਨੀ ਕਾਸ ਆ? ਗਿੱਲ ਸਾਹਿਬ, ਤੁਹਾਡਾ ਸਵਾਲ ਬੜਾ ਅਹਿਮ ਹੈ। ਮੈਂ ਇੱਕ ਬੇਨਤੀ ਕਰਾਂ ਜੀ ਕਿ ਜਿਸ ਵਕਤ ਮੁਗਲ ਬਾਦਸ਼ਾਹ ਨੂੰ ਜੀ ਜਿਹੜਾ ਸੀ ਉਹ ਖੁਸ਼ ਕਰਨ ਵਾਸਤੇ ਰਾਮ ਰਾਏ ਨੇ ਜੀ ਸਿਰਫ 2 ਅਕਸ਼ਰ ਬਦਲੇ ਸੀ। ਜੀ ਜੀ ਮਿੱਟੀ ਮੁਸਲਮਾਨ ਜੀ ਤੋਂ ਉਹਨੇ ਬੇਈਮਾਨ ਕਿਹਾ ਬੇਈਮਾਨ ਸੀ, ਕਰ ਦਿੱਤੀ ਸੀ। ਜੀ ਤੇ ਗੁਰੂ ਸਾਹਿਬ ਨੇ ਉਹਨੇ ਆਪਣੇ ਮੱਥੇ ਨਹੀਂ ਲਾਇਆ। ਜੀ ਉਹਨੇ ਕਿਹਾ ਜਿੱਧਰ ਮੂੰਹ ਹੈਗਾ ਉਧਰ ਹੀ ਚਲੇ ਜਾ। ਜੀ ਜੀ ਜੇ ਗੁਰੂ ਸਾਹਿਬ ਆਪਣੇ ਮੱਥੇ ਨਹੀਂ ਲਾਉਂਦੇ ਜੀ ਤੇ ਹੁਣ ਜਿਹੜੀ ਇਸ ਅਦਾਲਤ ਆ ਜੀ ਇਹ ਤੇ ਮੈਂ ਹੁਣ ਕੇਸ ਕੀਤਾ ਹੈ, ਜੀ ਜੇ ਇਹ ਨਹੀਂ ਕਰੇਗੀ, ਕੁਝ ਕਾਰਵਾਈ ਨਹੀਂ ਕਰੇਗੀ, ਤੇ ਫਿਰ ਸਿੱਖ ਪੰਥ ਜਿਹੜਾ ਜੀ। ਉਹ ਤੇ ਹੈਗਾ ਨਾ। ਜੀ 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 ਤੇ ਮੈਂ ਜਿੱਥੇ ਕਾਨੂੰਨੀ ਕਾਰਵਾਈ ਕਰ ਰਿਹਾ ਉਹਦੇ ਨਾਲ ਸਮੁੱਚੇ ਖਾਲਸਾ ਪੰਥ ਨੂੰ ਜਾਗਰਤ ਕਰ ਰਿਹਾ। ਜੀ ਤੇ ਫਿਰ ਸਿੱਖ ਕੌਮ ਦੀ ਵੀ ਤੇ ਕੋਈ ਜ਼ਿੰਮੇਵਾਰੀ ਬਣਦੀ ਹੈ ਨਾ ਵੀ ਇਹਨਾਂ ਨੂੰ ਕੀ ਕਰਨਾ ਹੈ। ਸੋ ਅੱਜ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਹਿਲਾਂ ਤੇ ਮੈਨੂੰ ਪੂਰਨ ਭਰੋਸਾ ਹੈ ਜੀ ਕਿ ਅਦਾਲਤ ਜਿਹੜੀ ਆ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੋਈ ਜੀ। ਉਹ ਕਾਰਵਾਈ ਕਰੇਗੀ। ਜੀ ਜੇ ਮੰਨ ਲਓ ਖੁਦਾ ਨਖਾਸਤਾ ਜੀ ਕੋਈ ਅਦਾਲਤ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਦੀ, ਜੀ ਤੇ ਫਿਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜਿੱਦਣ ਮੈਂ ਕੇਸ ਕੀਤਾ ਹੈ ਉਦੋਂ ਹਰਿਆਣੇ ਚੋਂ ਵੀ ਸਿੱਖ ਸੰਗਤਾਂ ਆਈਆਂ ਨੇ, ਜੀ ਜਿਸ ਤਰ੍ਹਾਂ ਕਿ ਜੀ ਸਰਦਾਰ ਗੁਰਮੁਖ ਸਿੰਘ ਜੀ, ਸਰਦਾਰ ਸੂਰਤਾ ਸਿੰਘ ਜੀ ਤੇ ਭਾਈ ਬਲਵਿੰਦਰ ਸਿੰਘ, ਜੀ ਇਸੇ ਤਰ੍ਹਾਂ ਭਾਈ ਚਰਨਜੀਤ ਸਿੰਘ, ਗੁਰਜੀਤ ਸਿੰਘ, ਇਸ ਤਰ੍ਹਾਂ ਉਹ ਹਰਿਆਣੇ ਚੋਂ ਆਏ। ਜੀ। ਇੱਥੋਂ ਵੀ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਮੇਰੇ ਨਾਲ ਜਿਹੜੀਆਂ ਨੇ ਪੰਜਾਬ ਦੀਆਂ ਵੀ ਜਿਹੜੀਆਂ ਨੇ ਇੱਥੇ ਅਦਾਲਤ ਵਿੱਚ ਨਾਲ ਗਈਆਂ ਨੇ ਜੀ। ਜਦੋਂ ਅਸੀਂ ਕੇਸ ਕੀਤਾ ਜੀ। ਉਹ ਮੇਰੇ ਨਾਲ ਨੇ। ਹੁਣ ਬਹੁਤ ਸਾਰੇ ਲੋਕਾਂ ਦੇ ਫੋਨ ਆ ਰਹੇ ਆ ਜਦੋਂ ਅਖਬਾਰਾਂ ਪੜ੍ਹੀਆਂ ਨੇ ਵੀ ਇਹ ਅਗਲਾ ਸਾਨੂੰ ਦੱਸੋ ਵੀ ਪ੍ਰੋਗਰਾਮ ਕਦੋਂ ਆ। ਸੋ ਫਿਰ ਇੱਕ ਲਹਿਰ ਬਣੇਗੀ ਤੇ ਇਹ ਜਿਹੜਾ ਇਸ ਟਾਈਮ ਦੇ ਉੱਤੇ ਬਾਦਲ ਜਿਹੜਾ ਅਮਰਵੇਲ ਰੂਪੀ, ਇਹ ਜਿਹੜਾ ਬਾਦਲ ਸਿੱਖ ਕੌਮ ਨੂੰ ਚੰਬੜਿਆ ਹੋਇਆ, ਜਿਨੇ ਸਿੱਖੀ ਸਿਧਾਂਤਾਂ ਦਾ ਘਾਣ ਕਰਤਾ, ਸਿੱਖ ਇਤਿਹਾਸ ਨੂੰ ਤਰੋੜ ਮੁੜ ਕੇ ਇਹ ਲਿਖਾਤਾ, ਗੁਰੂ ਕੀਆਂ ਗੋਲਕਾਂ ਲੁੱਟ ਰਿਹਾ, ਪੰਜਾਬ ਦੀ ਜਵਾਨੀ ਨਸ਼ਈ ਕਰਤੀ, ਇਹ ਸਾਰਾ ਕੁਝ ਜਿਸ ਤਰ੍ਹਾਂ ਇਹ ਖਤਮ ਕਰ ਰਿਹਾ, ਤੇ ਇਹ ਸਾਰੇ ਨੂੰ ਫਿਰ ਜਿਹੜਾ ਇਸ ਬਾਦਲ ਨੂੰ ਇਹ ਜਿਹੜੀ ਅਮਰ ਰੂਪੀ ਵੇਲ ਚੰਬੜੀ ਹੋਈ ਆ, ਇਹਨੂੰ ਲਾਉਣ ਵਾਸਤੇ ਖਾਲਸਾ ਪੰਥ ਜਿਹੜਾ ਉਹ ਅੱਗੇ ਆਏਗਾ। ਤੁਹਾਡਾ ਕਹਿਣ ਤੋਂ ਭਾਵ ਕਿ ਇਹ ਸਾਰਾ ਕੁਝ ਜੋ ਕੁਝ ਹੋਇਆ ਆ, 10 ਸਾਲ ਅਕਾਲੀ ਸਰਕਾਰ ਰਹੀ ਆ, ਇਹ ਸਾਰਾ ਕੁਝ ਜਿਹੜਾ ਆ ਉਹ ਸਰਕਾਰੀ ਸ਼ਹਿ ਦੇ ਉੱਤੇ ਹੋਇਆ ਆ। ਸਰਕਾਰਾਂ ਨੂੰ ਹਰੇਕ ਗੱਲ ਪਤਾ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਵੀ ਖੁਦ ਕਹਿੰਦੇ ਰਹੇ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਤੇ ਵੀ ਤੁਰੀ ਜਾਂਦੀ ਕੀੜੀ ਜਿਹੜੀ ਆ ਉਹ ਵੀ ਨਜ਼ਰ ਆਉਂਦੀ ਆ। ਪਰ ਅਜਿਹੇ ਵੱਡੀਆਂ ਚੀਜ਼ਾਂ ਜਿਹੜੀਆਂ ਤੁਸੀਂ ਲੈ ਕੇ ਆਏ ਹੋ ਸਾਹਮਣੇ, ਸਿੱਖ ਪੰਥ ਦੇ ਸਾਹਮਣੇ ਲੈ ਕੇ ਆਏ ਹੋ, ਇਹ ਨਜ਼ਰ ਕਿਉਂ ਨਹੀਂ ਆਈਆਂ? ਤੇ ਇੱਥੋਂ ਤੱਕ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇੱਕ ਚੇਅਰ ਵੀ ਸਥਾਪਿਤ ਕੀਤੀ ਗਈ ਆ। ਸੋ ਇਹਨਾਂ ਗੱਲਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ, ਤੇ ਸਾਰਾ ਕੁਝ ਜਿਹੜਾ ਆ ਉਹ ਸਰਕਾਰੀ ਸ਼ਹਿਰ ਦੇ ਉੱਤੇ ਪਿਛਲੇ ਸਾਲਾਂ ਦੇ ਵਿੱਚ ਹੋਇਆ ਆ। ਗਿੱਲ ਸਾਹਿਬ, ਸਰਕਾਰ ਤਾਂ ਕਿਸੇ ਦੀ ਵੀ ਆਵੇ ਜੀ ਸਰਕਾਰੀ ਨਹੀਂ, ਇਹਦੇ ਪਿੱਛੇ ਹੈਗੀ ਆ RSS ਜੀ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾ, ਜੀ ਇਹ ਜਿੰਨੇ ਪ੍ਰਧਾਨ ਨੇ ਤੁਸੀਂ ਵੇਖ ਰਹੇ ਹੋ ਨਾ ਜੀ ਵੀ ਇਹ ਲਿਫਾਫਾ ਨਿਕਲਦਾ, ਜੀ ਉਹ ਲਿਫਾਫਾ ਭੇਜਦਾ ਬਾਦਲ, ਉਹ ਪ੍ਰਧਾਨ ਉਹ ਲਿਫਾਫੇ ਚ ਉਹ ਨਿਕਲਦਾ ਜਿਹਨੂੰ ਬਾਦਲ ਚਾਹੁੰਦਾ। ਜੀ ਸੋ ਪ੍ਰਧਾਨ ਜਿਹੜੇ ਨੇ ਬਾਦਲਾਂ ਦੇ ਗੁਲਾਮ ਨੇ, ਬਾਦਲ ਜਿਹੜਾ RSS ਦਾ ਗੁਲਾਮ ਹੈ, ਜੋ ਇਹਨੂੰ RSS ਤੋਂ ਉੱਪਰੋਂ ਝੰਡੀ ਜਿਹੜੀ ਆ ਉਹ ਹਿਲਦੀ ਆ ਵੀ ਇੱਧਰ ਨੂੰ ਹਿਲਾਉਣੀ ਆ, ਇਹ ਉਸੇ ਤਰ੍ਹਾਂ ਹੀ ਕਰਦਾ। ਸੋ ਇਹਦੇ ਪਿੱਛੇ RSS ਹੈ। ਇਹ ਸਿੱਖ ਕੌਮ ਤੇ ਇਹਨੇ ਤਾਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਜਿਹੜੀ ਸਤਿਗੁਰੂ ਰਾਮ ਸਿੰਘ ਚੇਅਰ ਸਥਾਪਿਤ ਕੀਤੀ ਆ, ਉਹ ਵੀ ਤਾਂ ਬਾਦਲ ਨੇ ਕੀਤੀ ਹੈ ਨਾ। ਉਸ ਟਾਈਮ ਤੇ ਵੀ ਮੈਂ ਇਹ ਮੁੱਦਾ ਉਠਾਇਆ ਸੀ, ਪਰ ਅਫਸੋਸ ਹੈ ਕਿ ਜਿਸ ਤਰ੍ਹਾਂ ਆ ਜਿਹੜੇ ਬੁੱਤ ਸੀ ਜਿਹੜੇ ਹੁਣ ਹਟੇ ਨੇ, ਇਹ ਵੀ ਤਾਂ ਬਾਦਲਾਂ ਨੇ ਲਾਏ। ਸੋ ਅੱਜ ਜਿਹੜਾ ਜੋ ਕੁਝ ਵੀ ਹੋ ਰਿਹਾ ਹੈ, ਇਹ ਸਿੱਖੀ ਦੇ ਘਾਣ, ਸਿੱਖੀ ਸਿਧਾਂਤਾਂ ਦਾ। ਸਾਡੇ ਕੋਲ ਸਮਾਂ ਜਿਹੜਾ ਬਹੁਤ ਘੱਟ ਆ, ਲਾਸਟ ਦੇ ਉੱਤੇ ਪੁੱਛਣਾ ਚਾਹੂੰਗਾ ਕਿ ਜਿਵੇਂ ਤੁਸੀਂ ਬੁੱਤਾਂ ਦੀ ਗੱਲ ਕੀਤੀ, ਇੱਥੇ ਧਰਨਾ ਲੱਗਾ, ਉਸ ਤੋਂ ਬਾਅਦ ਦੇ ਵਿੱਚ ਹਟਾਏ ਗਏ ਆ, ਕਿ ਜੇਕਰ ਇਸ ਮਾਮਲੇ ਦੇ ਉੱਤੇ ਵੀ ਗੰਭੀਰਤਾ ਨਹੀਂ ਦਿਖਾਈ ਜਾਂਦੀ ਤਾਂ ਕੀ ਤੁਸੀਂ ਵੀ ਫਿਰ ਇਹੀ ਰੁਖ ਜਿਹੜਾ ਅਖਤਿਆਰ ਕਰੋਗੇ? ਦੇਖੋ, ਮੈਂ ਬੜੇ ਸਿਸਟਮੈਟਿਕ ਢੰਗ ਨਾਲ ਚੱਲ ਰਿਹਾ ਜੀ, ਮੈਂ ਲੰਬੇ ਸਮੇਂ ਤੋਂ ਚੱਲਿਆ ਜੀ, ਮੈਂ ਕਾਲੀ ਨਾਲ ਕੋਈ ਕਦਮ ਨਹੀਂ ਪੁੱਟਦਾ ਜੀ।
ਮੈਂ ਆਪਣੀ ਕਾਰਵਾਈ ਕਰ ਰਿਹਾ ਕੋਰਟਾਂ 'ਚ ਕੇਸ ਇਸ ਕਰਕੇ ਕਰ ਰਿਹਾ ਵੀ ਜੇ ਤੁਸੀਂ ਅੱਜ ਕੋਈ ਪ੍ਰੈਸ ਮੀਟਿੰਗ ਕਰਤੀ ਹੈ ਨਾ ਜੀ। ਤੇ ਉਹ 'ਚ ਇੱਕ ਦਿਨ ਖਬਰ ਲੱਗੂ 2 ਦਿਨ ਲੱਗੂ ਉਸ ਤੋਂ ਬਾਅਦ ਮੁੜ ਕੇ ਉਹ ਗੱਲ ਜਿਹੜੀ ਆ ਲੋਕ ਭੁੱਲ ਜਾਂਦੇ ਆ ਜੀ। ਮੈਂ ਇਹਨਾਂ ਨੂੰ ਕੋਰਟਾਂ 'ਚ ਲਿਆ ਕੇ ਇੱਕ ਤਾਂ ਕਾਨੂੰਨੀ ਲੜਾਈ ਲੜ ਰਿਹਾ ਕਿਉਂਕਿ ਇਹ ਸਾਰਾ ਕਾਨੂੰਨੀ ਪ੍ਰਕਿਰਿਆ ਰਾਹੀਂ ਵੀ ਮਸਲਾ ਜਿਹੜਾ ਅਸੀਂ ਉਜਾਗਰ ਕਰ ਸਕਦੇ ਜੀ। ਹਾਂ ਸੋ ਇਹ ਕਾਨੂੰਨੀ ਪ੍ਰਕਿਰਿਆ ਵੀ ਤੇ ਨਾਲ ਲੋਕ ਲਹਿਰ ਪੈਦਾ ਕਰਨ ਵਾਸਤੇ ਵੀ ਇਹ ਸਾਰਾ ਕੁਝ ਜਿਹੜਾ ਇਹ ਸਰਸਾ ਸਾਹਿਬ ਇੱਕ ਗੱਲ ਬੜੀ ਹੋਰ ਅਹਿਮ ਹੈ ਕਿ ਹਰੇਕ ਵਿਅਕਤੀ ਜਿਹੜਾ ਹੈ ਉਹ ਆਪਣਾ ਕੰਮ ਛੱਡ ਕੇ ਕਦੀ ਵੀ ਕੋਈ ਅਜਿਹਾ ਕੰਮ ਨਹੀਂ ਕਰਦਾ। ਤੁਸੀਂ ਨਾਲ ਖੇਤੀ ਵੀ ਕਰਦੇ ਹੋ ਥੋੜੀ ਬਹੁਤ ਤੇ ਨਾਲ ਇਹ ਵੀ ਕੰਮ ਕਰਦੇ ਹੋ ਕਿ ਸਾਰਾ ਖਰਚਾ ਜਿਹੜਾ ਕੋਰਟ ਦਾ ਜਾਂ ਵਕੀਲ ਤੱਕ ਦਾ ਸਾਰਾ ਖਰਚਾ ਜਾਂ ਆਪਣੇ ਆਉਣ ਜਾਣ ਦਾ ਖਰਚਾ ਜਿਹੜਾ ਅੱਜ ਵੀ ਜਦੋਂ ਮੈਂ ਤੁਹਾਨੂੰ ਕਾਲ ਕਰ ਰਿਹਾ ਸੀ ਤੁਸੀਂ ਕਿਤੇ ਬਾਹਰ ਸੀਗੇ ਤੇ ਤੁਹਾਨੂੰ ਬੁਲਾਇਆ ਸਪੈਸ਼ਲ ਬ੍ਰੇਕਫਾਸਟ ਸ਼ੋਅ ਵਾਸਤੇ ਤੇ ਤੁਸੀਂ ਸਾਰਾ ਖਰਚਾ ਆਪਣੇ ਪੱਲਿਓਂ ਹੀ ਫਿਰ ਕਰਦੇ ਹੋ ਜਾਂ ਕੋਈ ਮਦਦ ਕਿਤੇੋਂ ਤੁਹਾਨੂੰ ਮਿਲਦੀ ਹੈ? ਗਿੱਲ ਸਾਹਿਬ ਹੁਣ ਤੱਕ ਜਿਹੜਾ ਉਹ ਕੁਝ ਬੰਦੇ ਨੇ ਮੈਂ ਜੇ ਨਾਂ ਨਹੀਂ ਉਹਨਾਂ ਦਾ ਲਵਾਂਗਾ ਜੀ ਆ ਕੁਝ ਸਹਾਇਤਾ ਮੈਨੂੰ ਕੀਤੀ ਆ ਜੀ ਹੁਣ ਤੱਕ ਦੀ ਮੈਨੂੰ 2-2.5 ਲੱਖ ਰੁਪਏ ਦੀ ਸਹਾਇਤਾ ਹੈ ਜੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੀ ਤੇ ਉਹਨਾਂ ਨੂੰ ਮੈਂ ਪੁੱਛ ਕੇ ਮੈਂ ਉਹਨਾਂ ਦੇ ਨਾਮ ਵੀ ਜਿਹੜੇ ਨੇ ਜੀ। ਜੋ ਇਤਰਾਜ਼ ਨਹੀਂ ਕਰਨਗੇ ਤੇ ਉਹਨਾਂ ਦੇ ਨਾਮ ਹੀ ਲਵਾਂਗਾ ਜੀ ਤੇ ਉਹ ਨਾਂ ਲੈਣ ਤੋਂ ਬਾਅਦ ਜੇ ਕਿਸੇ ਨੇ ਹੋਰ ਨੇ ਮੈਨੂੰ ਦਿੱਤਾ ਹੋਵੇਗਾ ਤੇ ਉਹ ਵੀ ਕਰੇਗਾ ਵੀ ਆ ਅਸੀਂ ਵੀ ਦਿੱਤਾ ਬਿਲਕੁਲ ਹੈ। ਸੋ ਇਹ ਮੈਂ ਹੁਣ ਤੱਕ ਆਪਣੀ ਜ਼ਮੀਨ ਜਿਹੜੀ ਆ ਜੀ। ਉਹ ਇੱਥੋਂ ਤੱਕ ਹੈ ਕਿ ਮੈਂ 7-8 ਕਿੱਲੇ 8 ਕਿੱਲੇ ਜ਼ਮੀਨ ਆਪਣੀ ਵੇਚ ਚੁੱਕਾ ਜੀ ਹਾਂ ਇਹ ਮੈਂ ਸਾਰਾ ਆਪਣੇ ਖਰਚੋ ਕਰ ਰਿਹਾ ਜੋ ਤੁਸੀਂ ਮੈਨੂੰ ਫੋਨ ਕੀਤਾ ਹੈ ਮੇਰੇ ਕੋਲ ਇਸ ਟਾਈਮ ਤੇ ਕੋਈ ਗੱਡੀ ਵੀ ਨਹੀਂ ਜੀ ਮੈਂ ਤਾਂ ਬੱਸ 'ਚ ਉਦੋਂ ਬੈਠਾ ਤੁਹਾਨੂੰ ਕਿਹਾ ਸੀ ਨਾ ਮੈਂ ਬੱਸ 'ਚ ਬੈਠਾ ਬਿਲਕੁਲ ਮੈਂ ਤਾਂ ਹੁਣ ਚੰਡੀਗੜ੍ਹ ਜਾਣਾ ਜੀ ਜੀ ਤੇ ਟ੍ਰੇਨ ਦੀ ਜਨਰਲ ਦੀ ਟਿਕਟ ਕਰਾ ਕੇ ਜਾਣਾ ਜੀ। ਮੇਰੀ ਸ਼ਾਨ 'ਚ ਕੋਈ ਫਰਕ ਨਹੀਂ ਸੋ ਪੈਂਦਾ ਬਿਲਕੁਲ ਸਰਸਾ ਸਾਹਿਬ ਜਿਹੜੇ ਆ ਉਹ ਅੱਜ ਵੀ ਬ੍ਰੇਕਫਾਸਟ ਸ਼ੋਅ ਵਾਸਤੇ ਸਪੈਸ਼ਲ ਜਲੰਧਰ ਤੋਂ ਚੱਲ ਕੇ ਜਿਹੜੇ ਆ ਇੱਥੇ ਸਾਡੇ ਕੋਲ ਅੰਮ੍ਰਿਤਸਰ ਪਹੁੰਚੇ ਤੇ ਉਹਨਾਂ ਨੇ ਗੱਲਬਾਤ ਕੀਤੀ। ਬੜਾ ਅਹਿਮ ਮਸਲਾ ਸੀ ਜਿਹੜਾ ਪਿਛਲੇ ਦਿਨੀ ਅਖਬਾਰਾਂ ਦੇ ਵਿੱਚ ਵੀ ਛਪਿਆ ਤੇ ਤੁਹਾਡੇ ਤੱਕ ਇਹ ਗੱਲ ਪਹੁੰਚਾਉਣੀ ਵੀ ਬੜੀ ਅਹਿਮ ਸੀ ਤੇ ਸਿੱਖ ਚੈਨਲ ਦੀ ਜ਼ਿੰਮੇਵਾਰੀ ਵੀ ਸੀਗੀ ਕਿ ਤੁਹਾਨੂੰ ਵੀ ਦੱਸਿਆ ਜਾਵੇ ਕਿ ਕੀ ਕੁਛ ਜਿਹੜਾ ਆ ਉਹ ਹੋ ਰਿਹਾ। ਸੋ ਬ੍ਰੇਕਫਾਸਟ ਸ਼ੋਅ ਦਾ ਸਮਾਂ ਜਿਹੜਾ ਆ ਉਹ ਇੱਥੇ ਹੀ ਸਮਾਪਤ ਹੁੰਦਾ ਹੈ। ਤੁਹਾਡੇ ਤੋਂ ਆਗਿਆ ਚਾਹਾਂਗੇ, ਇੱਥੇ ਬੁਲਾਉਂਦੇ ਆ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।